ਅੱਗੇ ਪੜ੍ਹਦੇ ਹਾਂ ਜੀ। ਅਸੀਂ ਗੱਲ ਕੀਤੀ ਸੀ ਕਿ ਡਾਇਰੈਕਟਿਵ ਪ੍ਰਿੰਸੀਪਲ ਸਰਕਾਰ ਦੀ ਪਾਲਿਸੀ ਨਿਰਮਾਣ ਲਈ ਬੇਸਿਕ ਪ੍ਰਿੰਸੀਪਲ ਆ ਤੇ ਸਰਕਾਰ ਨੇ ਬਾਅਦ ਚੋਂ ਪਾਲਿਸੀਆਂ ਬਣਾਈਆਂ ਵੀ। ਸਾਰੇ ਹਲੇ ਤੱਕ ਕਾਨੂੰਨ ਨਹੀਂ ਬਣਾਏ ਜਾ ਸਕੇ, ਪਰ ਕਾਫੀ ਪ੍ਰਿੰਸੀਪਲਸ ਦੇ ਉੱਤੇ ਕੰਮ ਹੋਇਆ ਵੀ ਆ। ਤੇ ਅਸੀਂ ਹੁਣ ਉਹ ਪੜ੍ਹ ਲੈਂਦੇ ਹਾਂ ਕੁਝ ਅਜਿਹੇ ਡਾਇਰੈਕਟਿਵ ਪ੍ਰਿੰਸੀਪਲਸ ਜੋ ਲਾਗੂ ਕੀਤੇ ਗਏ ਹਨ। ਸਰਕਾਰ ਨੇ ਉਹਨਾਂ ਉੱਤੇ ਕਾਨੂੰਨ ਬਣਾ ਲਏ ਆ। ਇਹਨਾਂ ਉੱਤੇ ਸਬਜੈਕਟਿਵ ਪ੍ਰਸ਼ਨ ਵੀ ਆ ਸਕਦਾ, ਤੁਹਾਨੂੰ ਥੋੜਾ ਪਤਾ ਹੋਣਾ ਚਾਹੀਦਾ ਕਿਹੜੇ ਡਾਇਰੈਕਟਿਵ ਪ੍ਰਿੰਸੀਪਲ ਲਾਗੂ ਕਰ ਲਏ ਗਏ। ਦੇਸ਼ ਦੇ ਯੋਜਨਾਬੱਧ ਵਿਕਾਸ ਲਈ ਪਲੈਨਡ ਡਿਵੈਲਪਮੈਂਟ ਲਈ 1950 ਵਿੱਚ ਯੋਜਨਾ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। 1950 ਵਿੱਚ ਪਲੈਨਿੰਗ ਕਮਿਸ਼ਨ ਬਣਾਤਾ, ਯੋਜਨਾ ਕਮਿਸ਼ਨ ਬਣਾਤਾ। ਹੁਣ ਇਹਦਾ ਸੋਧਿਆ ਹੋਇਆ ਰੂਪ ਕਿਹੜਾ ਆ? ਨੀਤੀ ਆਯੋਗ। ਅਸਮਾਨਤਾਵਾਂ ਨੂੰ ਘਟਾਉਣ ਅਤੇ ਸਮਾਜਿਕ ਅਤੇ ਆਰਥਿਕ ਨਿਆਂ ਨੂੰ ਯਕੀਨੀ ਬਣਾਉਣ ਲਈ, ਇਨਇਕੁਐਲਿਟੀ ਨੂੰ ਘਟਾਉਣਾ ਤੇ ਸੋਸ਼ਲ ਤੇ ਇਕਨੋਮਿਕ ਜਸਟਿਸ ਲਿਆਉਣਾ, ਇਹਨਾਂ ਲਈ 5 ਸਾਲਾ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਸਨ। 5-year ਪਲਾਨ, ਤਾਂ ਕਿ ਦੇਸ਼ ਦੀ ਪਲੈਨਡ ਡਿਵੈਲਪਮੈਂਟ ਹੋਵੇ। ਜਿਹੜੇ ਪਿਛੜੇ ਏਰੀਏ ਰਹਿ ਗਏ ਆ ਉਹ ਵੀ ਡਿਵੈਲਪ ਕਰ ਜਾਣ, ਅੱਗੇ ਆ ਜਾਣ। ਉਹਨਾਂ ਲਈ 5 ਸਾਲਾ ਯੋਜਨਾਵਾਂ ਸ਼ੁਰੂ ਕੀਤੀਆਂ ਜੀ। 5-year ਪਲਾਨਸ ਸ਼ੁਰੂ ਕੀਤੇ ਸੀ। ਠੀਕ। ਭੂਮੀ ਸੁਧਾਰ ਕਾਨੂੰਨ ਬਣਾਏ ਗਏ। ਭੂਮੀ ਸੁਧਾਰ, ਲੈਂਡ ਰਿਫਾਰਮਸ ਕੀਤੇ ਗਏ। ਇਹਨਾਂ ਵਿੱਚ ਸ਼ਾਮਲ ਹਨ ਕਿਹੜੇ ਲੈਂਡ ਰਿਫਾਰਮਸ? ਇਹ ਤੁਸੀਂ ਯਾਦ ਕਰ ਲਿਓ ਕਿਉਂਕਿ ਤੁਹਾਡੇ ਮੇਨਸ ਵਿੱਚ ਸਪੈਸੀਫਿਕਲੀ ਮੈਂਸ਼ਨ ਆ ਲੈਂਡ ਰਿਫਾਰਮਸ। ਪਹਿਲਾ ਜੀ, ਜ਼ਮੀਂਦਾਰਾਂ ਜਾਂ ਸਿੱਧਾ ਕਹਿ ਲਈਏ ਵਿਚੋਲੇ ਦਾ ਖਾਤਮਾ। ਪਹਿਲਾਂ ਕੀ ਹੁੰਦਾ ਸੀ, ਜਿਹੜੇ ਖੇਤ ਜੋਤਦੇ ਸੀ ਨਾ, ਉਹਨਾਂ ਕੋਲੋਂ ਟੈਕਸ ਵਗੈਰਾ ਵਸੂਲ ਕਰਦੇ ਸੀ ਆਪਣੇ ਜ਼ਮੀਂਦਾਰ, ਜਾਂ ਆਪਾਂ ਕਹਿ ਲਈਏ ਕਿ ਖੇਤ ਜੋਤਣ ਵਾਲੇ ਸਿਰਫ ਕਿਰਾਏ ਦੇ ਸੀਗੇ, ਉਹਨਾਂ ਕੋਲ ਜ਼ਮੀਨੀ ਮਾਲਕੀਅਤ ਵਗੈਰਾ ਨਹੀਂ ਸੀ, ਜਾਂ ਉਹ ਆਪਣੇ ਜੋ ਕਮਾਈ ਦਾ ਕਾਫੀ ਹਿੱਸਾ ਜ਼ਮੀਂਦਾਰਾਂ ਨੂੰ ਦੇ ਦਿੰਦੇ ਸੀ। ਤੇ ਇਹ ਜਿਹੜੇ ਵਿਚੋਲੇ ਸੀ, ਜਿਹੜੇ ਅੱਗੇ ਫਿਰ ਸਰਕਾਰ ਨੂੰ ਟੈਕਸ ਦਿੰਦੇ ਸੀ ਜਾਂ ਸਰਕਾਰ ਨੂੰ ਜੋ ਵੀ ਕਰ ਵਗੈਰਾ ਕਲੈਕਟ ਕੀਤਾ ਉਹ ਦਿੰਦੇ ਸੀ, ਇਹ ਜ਼ਮੀਂਦਾਰ, ਇਹਨਾਂ ਦਾ ਖਾਤਮਾ ਕੀਤਾ ਗਿਆ ਵੀ ਵਿਚੋਲਿਆਂ ਦੀ ਲੋੜ ਨਹੀਂ, ਜਿਹੜੇ ਜ਼ਮੀਨ ਨੂੰ ਪਾਉਂਦੇ ਆ ਉਹੀ ਡਾਇਰੈਕਟ ਸਰਕਾਰ ਨੂੰ ਟੈਕਸ ਵਗੈਰਾ ਦੇਣ। ਜ਼ਮੀਂਦਾਰਾਂ ਦਾ ਖਾਤਮਾ ਇਹ ਕੀਤਾ ਗਿਆ। ਇਹ ਰਿਫਾਰਮ ਕਾਫੀ ਸਕਸੈਸਫੁਲ ਰਿਹਾ। ਕਿਰਾਏਦਾਰੀ ਸੁਧਾਰ, ਟੀਨੈਂਸੀ ਰਿਫਾਰਮਸ। ਟੀਨੈਂਟਸ ਹੁੰਦੇ ਜੀ ਕਿਰਾਏਦਾਰ। ਕਿਰਾਏਦਾਰ ਦਾ ਮਤਲਬ ਜਿਹੜੇ ਜਿਨ੍ਹਾਂ ਦੀ ਆਪਣੀ ਜ਼ਮੀਨ ਨਹੀਂ, ਉਹ ਕਿਸੇ ਹੋਰ ਦੀ ਜ਼ਮੀਨ ਤੇ ਠੇਕੇ ਲੈ ਕੇ, ਕਿਸੇ ਹੋਰ ਦੀ ਜ਼ਮੀਨ ਠੇਕੇ ਤੇ ਲੈ ਕੇ, ਕਿਰਾਏ ਤੇ ਲੈ ਕੇ ਉਹਦੀ ਖੇਤੀ ਕਰਦੇ ਆ। ਇਹਨਾਂ ਵਿੱਚ ਵੀ ਸੁਧਾਰ ਕੀਤੇ ਗਏ। ਉਹਨਾਂ ਨੂੰ ਉਚਿਤ ਕਿਰਾਇਆ, ਜਿੰਨਾ ਉਹਨਾਂ ਦਾ ਬਣਦਾ ਹੱਕ ਆ, ਜਿਹੜੇ ਖੇਤ ਜੋਤਦੇ ਆ ਕਿਰਾਏ ਤੇ ਜ਼ਮੀਨ ਲੈ ਕੇ, ਉਚਿਤ ਕਿਰਾਇਆ ਦਿਓ। ਉਹਨਾਂ ਦੇ ਕਾਰਜਕਾਲ ਦੀ ਸੁਰੱਖਿਆ, ਉਹਨਾਂ ਦੇ ਜਿਹੜਾ ਟਾਈਮ ਪੀਰੀਅਡ ਆ ਨਾ, ਇਸ ਤਰ੍ਹਾਂ ਨਹੀਂ ਕਿ ਜਦੋਂ ਮਾਲਕ ਦੀ ਇੱਛਾ ਹੋਈ ਉਸ ਵੇਲੇ ਕਿਰਾਏਦਾਰ ਨੂੰ ਕੱਢਤਾ, ਜਿਹੜਾ ਜ਼ਮੀਨ ਨੂੰ ਵਾਹੁੰਦਾ ਆ ਉਹਨੂੰ ਕੱਢਤਾ, ਇਸ ਤਰ੍ਹਾਂ ਨਹੀਂ। ਉਹਨਾਂ ਦੇ ਕਾਰਜਕਾਲ ਦੀ ਸੁਰੱਖਿਆ ਤੇ ਉਹਨਾਂ ਨੂੰ ਉਚਿਤ ਕਿਰਾਇਆ ਦੇਣਾ, ਇਸ ਤਰ੍ਹਾਂ ਦੇ ਰਿਫਾਰਮ ਕੀਤੇ। ਅੱਗੇ ਜੀ, ਜ਼ਮੀਨ ਦੀ ਮਲਕੀਅਤ ਦੀ ਹੱਦ, ਲੈਂਡ ਸੀਲਿੰਗ ਵੀ ਇੱਕ ਬੰਦੇ ਕੋਲ ਇੰਨੀ ਜ਼ਮੀਨ ਤੋਂ ਵੱਧ ਨਹੀਂ ਹੋ ਸਕਦੀ ਜ਼ਮੀਨ। ਇੱਕ ਲਿਮਟ ਲਗਾ ਦਿੱਤੀ ਕਿ ਇੱਕ ਬੰਦੇ ਦੇ ਨਾਂ ਤੇ ਇੱਕ ਸੀਲਿੰਗ ਲਗਾਤੀ ਵੀ ਇਸ ਹੱਦ ਤੋਂ ਵੱਧ ਜ਼ਮੀਨ ਨਹੀਂ ਹੋ ਸਕਦੀ। ਇਹ ਵਾਲਾ ਰਿਫਾਰਮ ਲਿਆਂਦਾ, ਪਰ ਇਹ ਰਿਫਾਰਮ ਬਹੁਤਾ ਕਾਮਯਾਬ ਨਹੀਂ ਹੋਇਆ। ਕਿਉਂਕਿ ਜਿਨ੍ਹਾਂ ਦੇ ਕੋਲ ਜ਼ਮੀਨਾਂ ਸੀ ਨਾ, ਉਹ ਕਾਫੀ ਪੋਲੀਟੀਕਲ ਡੋਮੀਨੈਂਟ ਹੋ ਗਏ, ਖਾਸ ਤੌਰ ਤੇ ਪੰਜਾਬ ਵਿੱਚ, ਹਰਿਆਣੇ ਵਿੱਚ ਤੇ ਵੈਸਟਰਨ ਯੂਪੀ ਵਿੱਚ। ਜਿਹੜੀ ਲੈਂਡ ਹੋਲਡਿੰਗ ਕਲਾਸ ਸੀ ਨਾ, ਉਹ ਪੋਲਿਟਿਕਸ ਵਿੱਚ ਕਾਫੀ ਡੋਮੀਨੈਂਟ ਹੋ ਗਈ ਤੇ ਉਹਨਾਂ ਨੇ ਜ਼ਮੀਨਾਂ ਇਹਨਾਂ ਕੋਲ ਹੀ ਰੱਖ ਲਈਆਂ। ਮਤਲਬ ਜ਼ਮੀਨਾਂ ਦੀ ਜਿਹੜੀ ਡਿਸਟਰੀਬਿਊਸ਼ਨ ਆ ਨਾ, ਉਹ ਹੋਣ ਨਹੀਂ ਦਿੱਤੀ ਗਈ। ਕਾਗਜ਼ਾਂ ਵਿੱਚ ਵਾਧੂ ਜ਼ਮੀਨ ਬਹੁਤ ਘੱਟ ਮਿਲੀ। ਇਹਨਾਂ ਨੇ ਨਾ ਉਸ ਸਮੇਂ ਬੇਨਾਮੀ ਟ੍ਰਾਂਸੈਕਸ਼ਨਾਂ ਕਰ ਲਈਆਂ ਵੀ ਜਿਸ ਤਰ੍ਹਾਂ ਕਿਸੇ ਦੇ ਕੋਲ ਜੇ 50 ਕਿੱਲੇ ਆ, ਉਹਨੂੰ ਕੀ ਕੀਤਾ ਕਿ ਜੇ ਮੰਨ ਲਓ 25 ਕਿੱਲੇ ਤੁਹਾਡੀ ਹੱਦ ਆ ਤੇ ਉਹਨੂੰ 25 ਕਿੱਲੇ ਆਪਣੇ ਨਾਂ ਰੱਖ ਲਏ ਤੇ ਬਾਕੀ ਜਿਹੜੇ 25 ਕਿੱਲੇ ਆ ਉਹ ਨਾ ਡਿਵਾਈਡ ਕਰ ਲਏ। ਆਲੂ ਸਿੰਘ, ਗੰਡਾ ਸਿੰਘ, ਇਸ ਤਰ੍ਹਾਂ ਦੇ ਕੰਮ ਕੀਤੇ ਗਏ। ਹੁਣ ਆਲੂ ਸਿੰਘ, ਗੰਡਾ ਸਿੰਘ ਕੋਈ ਹੋਵੇਗਾ ਤਾਂ ਕਲੇਮ ਕਰੇ, ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ। ਇਹ ਵਾਲਾ ਰਿਫਾਰਮ ਬਹੁਤਾ ਲਾਗੂ ਨਹੀਂ ਹੋ ਪਾਇਆ ਤੇ ਇਹ ਗੱਲ ਕਹੀ ਗਈ ਸੀ ਕਿ ਜਦੋਂ ਵਾਧੂ ਜ਼ਮੀਨ ਬਚੀ, ਜ਼ਮੀਨਾਂ ਉੱਤੇ ਹੱਦਬੰਦੀ ਕਰਨ ਤੋਂ ਬਾਅਦ ਜਦੋਂ ਵਾਧੂ ਜ਼ਮੀਨ ਬਚੀ ਨਾ, ਉਹ ਬੇਜ਼ਮੀਨੇ ਮਜ਼ਦੂਰਾਂ ਨੂੰ ਦੇਣੀ ਸੀ, ਬੇਜ਼ਮੀਨੇ ਮਜ਼ਦੂਰਾਂ ਨੂੰ। ਪਰ ਵਾਧੂ ਜ਼ਮੀਨ ਇੰਨੀ ਬਚੀ ਨਹੀਂ ਤੇ
ਬੇਜ਼ਮੀਨੇ ਮਜ਼ਦੂਰਾਂ ਨੂੰ ਵੀ ਕੋਈ ਵਾਧੂ ਇੰਨੀ ਜ਼ਮੀਨ ਆਈ ਨਹੀਂ। ਤੁਸੀਂ ਇਸ ਕੰਟੈਕਸਟ ਵਿੱਚ ਇਹ ਦੇਖ ਸਕਦੇ ਹਾਂ ਵੀ ਇੱਕ ਦਲਿਤ ਆ ਯੂਪੀ ਦਾ, ਇੱਕ ਦਲਿਤ ਆ ਪੰਜਾਬ ਦਾ। ਪੰਜਾਬ ਦੇ ਦਲਿਤਾਂ ਕੋਲ ਜ਼ਮੀਨ ਨਹੀਂ ਹੈ, ਨਾ ਦੇ ਬਰਾਬਰ ਆ, ਬਹੁਤ ਘੱਟ ਆ। ਤੇ ਯੂਪੀ ਵਿੱਚ ਜਾਓਗੇ ਤੁਸੀਂ, ਉੱਥੇ ਦਲਿਤਾਂ ਕੋਲ ਜ਼ਮੀਨਾਂ ਹੈ। ਇਹਦਾ ਇਹੀ ਕਾਰਨ ਆ ਕਿ ਇੱਥੇ ਲੈਂਡ ਡਿਸਟਰੀਬਿਊਸ਼ਨ ਨਹੀਂ ਹੋ ਪਾਇਆ। ਓਕੇ ਜੀ, ਤੁਸੀਂ ਨਾ ਇਹ ਪੁਆਇੰਟ ਯਾਦ ਕਰ ਲੈਣੇ ਆ। ਲੈਂਡ ਰਿਫਾਰਮ ਵਿੱਚ ਆਹ ਪੁਆਇੰਟ ਸੀ, ਬੇਜ਼ਮੀਨੇ ਮਜ਼ਦੂਰਾਂ ਨੂੰ ਵਾਧੂ ਜ਼ਮੀਨ ਦੇਣੀ ਤੇ ਸਹਿਕਾਰੀ ਖੇਤੀ। ਸਹਿਕਾਰੀ ਹੁੰਦਾ ਜੀ ਕੋਆਪਰੇਟਿਵ। ਕੋਆਪਰੇਟਿਵ ਵਿੱਚ ਕੀ ਹੁੰਦਾ ਨਾ ਕਿ ਇਹ ਸਾਰੇ ਆਪਣੇ ਜੋ ਵੀ ਔਜ਼ਾਰ ਆ, ਹੱਲ ਆ, ਟਰੈਕਟਰ ਆ, ਬਲਦ ਆ, ਜੋ ਵੀ ਇਹਨਾਂ ਕੋਲ ਇਨਪੁਟ ਹੁੰਦੀ ਆ ਖੇਤੀਬਾੜੀ ਕਰਨ ਲਈ, ਉਹ ਸਾਂਝੀ ਯੂਜ਼ ਕਰਦੇ ਆ। ਸਾਂਝੀ ਜ਼ਮੀਨ ਤੇ ਲੈਂਡ ਪੂਲਿੰਗ ਕਰਕੇ, ਸਾਂਝੇ ਔਜ਼ਾਰ ਯੂਜ਼ ਕਰਕੇ ਖੇਤੀ ਕਰਦੇ ਆ, ਉਹਨੂੰ ਕਹਿੰਦੇ ਜੀ ਸਹਿਕਾਰੀ ਖੇਤੀ। ਇਹ ਪੁਆਇੰਟ ਪੜ੍ਹ ਲੈਣੇ। ਅਗਲਾ ਜੀ, ਮਜ਼ਦੂਰਾਂ ਬੱਚਿਆਂ ਦੇ ਫਾਇਦੇ ਲਈ ਕਈ ਐਕਟ ਬਣਾਏ ਗਏ ਸਨ। ਠੀਕ ਹੈ, ਇਹਨਾਂ ਦੇ ਫਾਇਦੇ ਲਈ ਵੀ ਕਈ ਕਾਨੂੰਨ ਬਣਾ ਦਿੱਤੇ। ਐਕਟ ਮਤਲਬ ਕਾਨੂੰਨ। ਠੀਕ ਹੈ ਜੀ, ਦੇਖ ਲੈਂਦੇ ਜੀ ਕਿਹੜੇ ਕਿਹੜੇ ਕਾਨੂੰਨ ਬਣਾਏ ਆ। ਅਸੀਂ ਮੇਨ ਪੜ੍ਹ ਲੈਣੇ ਆ। ਮਿਨੀਮਮ ਵੇਜਸ ਐਕਟ, ਨਿਊਨਤਮ ਮਜ਼ਦੂਰੀ ਐਕਟ ਕਾਨੂੰਨ। ਦਾ ਪੇਮੈਂਟ ਆਫ ਵੇਜਸ ਐਕਟ, ਜਿਹੜੇ ਵੇਜਸ ਹੁੰਦਾ ਜੀ ਮਜ਼ਦੂਰੀ ਦੀ ਪੇਮੈਂਟ, ਵੀ ਇੰਨੇ ਟਾਈਮ ਵਿੱਚ ਤੁਸੀਂ ਪੇਮੈਂਟ ਕਰ ਦੇਣੀ ਆ। ਬੋਨਸ ਦਾ ਭੁਗਤਾਨ ਐਕਟ, ਬੋਨਸ ਦੇ ਉੱਤੇ ਵੀ ਕਾਨੂੰਨ ਆ ਗਿਆ। ਕੰਟਰੈਕਟ ਲੇਬਰ ਰੈਗੂਲੇਸ਼ਨ ਐਂਡ ਐਬੋਲਿਸ਼ਨ ਐਕਟ, ਕੰਟਰੈਕਟ ਲੇਬਰ ਦੇ ਉੱਤੇ ਵੀ ਕਾਨੂੰਨ ਬਣਾਇਆ। ਬਾਲ ਮਜ਼ਦੂਰੀ ਰੋਕ ਅਤੇ ਰੈਗੂਲੇਸ਼ਨ ਐਕਟ, ਬਾਲ ਮਜ਼ਦੂਰੀ ਨੂੰ ਰੋਕਣ ਲਈ ਵੀ ਕਾਨੂੰਨ ਲਿਆਇਆ। ਬੰਧੂਆ ਲੇਬਰ ਸਿਸਟਮ ਐਬੋਲਿਸ਼ਨ ਐਕਟ, ਬੰਧੂਆ ਮਜ਼ਦੂਰੀ ਦੇ ਉੱਤੇ ਵੀ ਕਾਨੂੰਨ ਆਇਆ। ਟ੍ਰੇਡ ਯੂਨੀਅਨ ਐਕਟ, ਟ੍ਰੇਡ ਯੂਨੀਅਨ ਮਜ਼ਦੂਰਾਂ ਦੀ ਯੂਨੀਅਨ, ਉਹਦੇ ਨਾਲ ਸੰਬੰਧਿਤ ਐਕਟ। ਫੈਕਟਰੀਜ਼ ਐਕਟ, ਫੈਕਟਰੀਆਂ ਨਾਲ ਸੰਬੰਧਿਤ, ਵੀ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੋਣੀਆਂ ਚਾਹੀਦੀਆਂ ਕੰਮ ਕਰਨ ਲਈ, ਉਹਦੇ ਵਿੱਚ ਕਿੱਦਾਂ ਆਪਣਾ ਮਜ਼ਦੂਰਾਂ ਦੇ ਕੀ ਹੱਕ ਹੋਣਗੇ, ਉਹ ਸਾਰੀਆਂ ਗੱਲਾਂ। ਮਾਈਨਜ਼ ਐਕਟ, ਖਾਨਾਂ ਵਿੱਚ ਕੰਮ ਕਰਨ ਵਾਲਿਆਂ ਲਈ ਐਕਟ ਕਾਨੂੰਨ। ਮਾਈਨ ਹੁੰਦਾ ਖਾਨ, ਜਿੱਥੋਂ ਖਣਿਜ ਵਗੈਰਾ ਅਸੀਂ ਕੱਢਦੇ ਹਾਂ। ਉਦਯੋਗਿਕ ਵਿਵਾਦ ਐਕਟ, ਜੇ ਇੰਡਸਟਰੀ ਵਿੱਚ ਕੋਈ ਡਿਸਪਿਊਟ ਹੋ ਜਾਏ ਮਜ਼ਦੂਰਾਂ ਦਾ ਮਾਲਕਾਂ ਨਾਲ, ਤੇ ਉਹਨੂੰ ਕਿਸ ਤਰ੍ਹਾਂ ਨਿਪਟਾਉਣਾ, ਉਹਦੇ ਲਈ ਐਕਟ। ਕਾਮਿਆਂ ਦਾ ਮੁਆਵਜ਼ਾ ਐਕਟ, ਜਿਹੜੇ ਕੰਮ ਕਰਦੇ ਆ ਕਾਮੇ, ਉਹਨਾਂ ਨੂੰ ਮੁਆਵਜ਼ਾ ਦੇਣਾ। ਇਹ ਸਾਰੇ ਅਲੱਗ-ਅਲੱਗ ਐਕਟ ਸਰਕਾਰ ਲੈ ਕੇ ਆਈ। ਤੁਸੀਂ ਆਹ 1948, 70, 86 ਵਗੈਰਾ ਨਾ ਯਾਦ ਰੱਖਿਓ, ਬੇਸਿਕ ਜਿਹਾ ਜ਼ਰੂਰ ਯਾਦ ਰੱਖਿਓ 3-4, ਹਾਂ ਵੀ ਆਹ ਸਾਰੀਆਂ ਚੀਜ਼ਾਂ ਉੱਤੇ ਐਕਟ ਲੈ ਕੇ ਆਈ ਸਰਕਾਰ। ਮਹਿਲਾ ਕਾਮਿਆਂ ਦੀ ਭਲਾਈ ਲਈ ਬਣਾਏ ਗਏ ਐਕਟ। ਠੀਕ ਹੈ ਜੀ। ਵੂਮਨ ਲੇਬਰਰ, ਉਹਨਾਂ ਲਈ ਕਿਹੜੇ ਐਕਟ ਆਏ ਦੇਖ ਲਓ ਜੀ, ਕਿਉਂਕਿ ਵੂਮਨ ਦੀ, ਔਰਤਾਂ ਦੀ ਆਪਣੀ ਜ਼ਰੂਰਤਾਂ ਹੁੰਦੀਆਂ, ਜਿਸ ਤਰ੍ਹਾਂ ਡਿਲੀਵਰੀ ਦੇ ਟਾਈਮ ਉਹਨਾਂ ਨੂੰ ਛੁੱਟੀ ਚਾਹੀਦੀ ਆ, ਜਾਂ ਜੇ ਉਹ ਕੰਮ ਵੀ ਕਰਦੀਆਂ ਪਈਆਂ ਆ ਪ੍ਰੈਗਨੈਂਸੀ ਦੌਰਾਨ, ਤੇ ਉਸ ਵੇਲੇ ਉਹਨਾਂ ਨੂੰ ਕੋਈ ਖਾਸ ਸਹੂਲਤਾਂ ਦੇਣੀਆਂ ਹੁੰਦੀਆਂ ਆ। ਮੈਟਰਨਿਟੀ ਬੈਨੀਫਿਟ ਐਕਟ ਅਤੇ ਬਰਾਬਰ ਮਿਹਨਤਾਨਾ ਐਕਟ। ਮੈਟਰਨਿਟੀ, ਠੀਕ, ਡਿਲੀਵਰੀ ਦੇ ਸਮੇਂ ਉਹਨਾਂ ਨੂੰ ਜਿਸ ਤਰ੍ਹਾਂ ਛੁੱਟੀ ਮਿਲਦੀ ਆ, ਤੇ ਮਰਦਾਂ ਦੇ ਬਰਾਬਰ ਮਿਹਨਤਾਨਾ ਦੇਣ ਲਈ ਵੀ ਐਕਟ ਆਇਆ। ਠੀਕ ਹੈ ਜੀ। ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਆ ਕਿ ਔਰਤ ਕਾਮਿਆਂ ਲਈ ਕਿਹੜੇ ਕਿਹੜੇ ਕਾਨੂੰਨ ਸਰਕਾਰ ਲੈ ਕੇ ਆਈ ਸੀ। ਇਹ ਤੁਸੀਂ ਥੋੜ੍ਹਾ ਯਾਦ ਰੱਖਣਾ। ਬਾਕੀ ਨਾ ਜੋ ਕਰੰਟ ਅਫੇਅਰਸ ਵਿੱਚ ਮੇਨ ਕਾਨੂੰਨ ਹੁੰਦਾ ਆ ਕਿ ਮੈਟਰਨਿਟੀ ਬੈਨੀਫਿਟ ਕਿਹੜਾ, ਮੈਟਰਨਿਟੀ ਬੈਨੀਫਿਟ ਵਿੱਚ ਐਕਟ ਵਿੱਚ ਕਿਹੜਾ ਸੁਧਾਰ ਕੀਤਾ। ਜਿਹੜਾ ਲੇਟੈਸਟ ਐਕਟ ਆਇਆ ਉਹਦੇ ਵਿੱਚ ਜਿਹੜੀ ਤੁਸੀਂ ਛੁੱਟੀਆਂ ਦਿੰਦੇ ਆ ਉਹਦੀ ਹੱਦ ਕਿੰਨੀ ਵਧਾ ਦਿੱਤੀ, ਜਿਹੜਾ ਪੈਸਾ ਦਿੰਦੇ ਆ ਨਾ, ਮੁਆਵਜ਼ਾ ਦਿੰਦੇ ਆ, ਉਹ ਕਿੰਨਾ ਕਰਤਾ। ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਜੋ ਕਰੰਟ ਅਫੇਅਰਸ ਵਿੱਚ ਚੱਲਦੀਆਂ ਨਾ, ਉਹਨੂੰ ਜ਼ਰੂਰ ਫੋਕਸ ਰੱਖਣਾ ਤੁਸੀਂ। ਆਮ ਭਲਾਈ ਨੂੰ, ਕਾਮਨ ਵੈਲਫੇਅਰ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਰੋਤਾਂ ਦੀ ਵਰਤੋਂ ਕਰਨ ਦੇ ਉਪਾਏ, ਵੀ ਜਿਹੜੇ ਸਰਕਾਰ ਦੇ ਫਾਈਨੈਂਸ਼ੀਅਲ ਰਿਸੋਰਸਿਸ ਆ, ਪੈਸਾ ਆ, ਉਸ ਦਾ ਇਸ ਤਰ੍ਹਾਂ ਯੂਜ਼ ਕਰਨਾ ਕਿ ਸਾਰਿਆਂ ਦੀ ਭਲਾਈ ਹੋਵੇ। ਇਸ ਲਈ ਕਿਹੜੇ ਕਿਹੜੇ ਕਾਨੂੰਨ ਆਏ ਆ ਦੇਖੋ ਜੀ। ਜੀਵਨ ਬੀਮੇ ਦਾ ਰਾਸ਼ਟਰੀਕਰਨ, ਜਿਹੜੇ ਜੀਵਨ ਬੀਮੇ ਕੀਤੇ ਜਾਂਦੇ ਆ ਉਹ ਹੁਣ ਕੀ ਆ, ਸਰਕਾਰ ਦੇ ਅੰਦਰ ਆ ਗਏ। ਹੁਣ ਪਹਿਲਾਂ ਸੀ ਪ੍ਰਾਈਵੇਟ, ਹੁਣ ਕੀ ਆ, ਸਰਕਾਰੀ ਹੋ ਗਏ। ਰਾਸ਼ਟਰੀਕਰਨ ਦਾ ਮਤਲਬ ਸਰਕਾਰੀ ਹੋ ਗਏ। 14 ਪ੍ਰਮੁੱਖ ਵਪਾਰਕ ਬੈਂਕਾਂ ਦਾ ਰਾਸ਼ਟਰੀਕਰਨ, ਉਸ ਵੇਲੇ ਜਿਹੜੇ 14 ਪ੍ਰਮੁੱਖ ਮੇਨ ਕਮਰਸ਼ੀਅਲ ਬੈਂਕਾਂ ਸੀਗੀਆਂ ਉਹਨਾਂ ਦਾ ਰਾਸ਼ਟਰੀਕਰਨ ਕਰਤਾ 1969 ਵਿੱਚ। ਇਹ ਬਹੁਤ ਇੰਪੋਰਟੈਂਟ ਪੁਆਇੰਟ ਆ। ਉਸ ਵੇਲੇ ਇੰਦਰਾ ਗਾਂਧੀ ਦਾ ਰਾਜ ਸੀ। ਆਮ ਬੀਮਾ ਦਾ ਰਾਸ਼ਟਰੀਕਰਨ, ਜਨਰਲ ਇੰਸ਼ੋਰੈਂਸ ਦਾ ਰਾਸ਼ਟਰੀਕਰਨ,
ਪ੍ਰੀਵੀ ਪਰਸ ਦਾ ਖਾਤਮਾ। ਪ੍ਰੀਵੀ ਪਰਸ, ਪ੍ਰਾਈਵੀ ਪਰਸ 1971 ਵਿੱਚ। ਆਪਾਂ ਅੰਗਰੇਜ਼ੀ ਵਿੱਚ ਪੜ੍ਹ ਲੈਂਦੇ ਹਾਂ। ਮੇਨ ਗੱਲ ਇਹ ਆ ਕਿ ਇਹਨਾਂ ਦੀ ਸੀਕੁਐਂਸ ਬੜੀ ਇੰਪੋਰਟੈਂਟ ਆ। ਤੁਹਾਨੂੰ ਚਾਰੇ ਪੁਆਇੰਟ ਯਾਦ ਤਾਂ ਹੋਣੇ ਚਾਹੀਦੇ ਹੀ ਆ, ਨਾਲ ਇਹ ਵੀ ਪਤਾ ਹੋਵੇ ਕਿ ਕਿਹੜਾ ਕਦੋਂ ਆਇਆ, ਕਿਉਂਕਿ ਇਹਦੇ ਉੱਤੇ ਪ੍ਰਸ਼ਨ ਪੁੱਛੇ ਗਏ ਆ ਕਿ ਇਹਦੀ ਸੀਕੁਐਂਸ ਦੱਸੋ। ਪਹਿਲਾ ਹੈ ਜੀ ਨੈਸ਼ਨਲਾਈਜੇਸ਼ਨ ਆਫ ਲਾਈਫ ਇੰਸ਼ੋਰੈਂਸ। ਸਭ ਤੋਂ ਪਹਿਲਾਂ ਇਹ ਕਰਤੀ 1956 ਵਿੱਚ, ਠੀਕ ਹੈ। ਅੱਛਾ, ਇਹ ਵੀ ਪਤਾ ਹੋਣਾ ਚਾਹੀਦਾ ਕਿ SBI ਕਦੋਂ ਬਣਿਆ, ਹੈ ਨਾ। ਆਹ ਦੇਖੋ SBI ਬਣਿਆ 1955 ਵਿੱਚ, ਇਹ 1 ਸਾਲ ਪਹਿਲਾਂ ਬਣਿਆ। ਫਿਰ ਲਾਈਫ ਇੰਸ਼ੋਰੈਂਸ ਦੀ ਨੈਸ਼ਨਲਾਈਜੇਸ਼ਨ ਹੋ ਗਈ 56 ਵਿੱਚ। ਫਿਰ 14 ਲੀਡਿੰਗ ਕਮਰਸ਼ੀਅਲ ਬੈਂਕ ਦੀ ਕੀ ਹੋ ਗਈ, ਨੈਸ਼ਨਲਾਈਜੇਸ਼ਨ ਹੋ ਗਈ 1969 ਵਿੱਚ। ਫਿਰ ਜਨਰਲ ਇੰਸ਼ੋਰੈਂਸ ਦੀ ਨੈਸ਼ਨਲਾਈਜੇਸ਼ਨ ਹੋ ਗਈ 1971 ਵਿੱਚ। ਤਾਂ ਫਿਰ ਪ੍ਰਾਈਵੀ ਪਰਸ ਅਬੋਲਿਸ਼ ਕਰਤਾ। ਪ੍ਰਾਈਵੀ ਪਰਸ ਦਾ ਮਤਲਬ ਸੀਗਾ ਜੀ ਜਿਹੜੇ ਸਾਡੇ ਨਾ ਰਾਜੇ ਰਜਵਾੜੇ ਸੀ ਨਾ, ਉਹਨਾਂ ਨੂੰ ਖਾਸ ਭੁਗਤਾਨ ਕੀਤਾ ਜਾਂਦਾ ਸੀ। ਰਾਜੇ ਰਜਵਾੜਿਆਂ ਨੂੰ, ਜਿਹੜੀ ਪ੍ਰਿੰਸਲੀ ਸਟੇਟ ਸੀ ਨਾ, ਉਹਨਾਂ ਨੂੰ ਸਰਕਾਰੀ ਖਾਤੇ ਚੋਂ ਪੈਸੇ ਦਿੱਤੇ ਜਾਂਦੇ ਸੀ। ਉਹਨਾਂ ਲਈ ਇੱਕ ਖਾਸ ਪਰਸ ਬਣਾਇਆ ਸੀ। ਖਾਸ ਬਜਟ ਵਿੱਚੋਂ ਉਹਨਾਂ ਨੂੰ ਇੱਕ ਪ੍ਰੋਪਰ ਇੰਨਾ ਅਮਾਊਂਟ ਦਿੱਤੀ ਜਾਂਦੀ ਸੀ। ਇਸ ਚੀਜ਼ ਦਾ ਖਾਤਮਾ ਕੀਤਾ ਗਿਆ ਵੀ ਰਾਜੇ ਰਜਵਾੜਿਆਂ ਨੂੰ ਕਿਉਂ ਮੁਫਤ ਦਾ ਇੰਨੇ ਪੈਸੇ ਦਿੱਤੇ ਜਾਣ। ਉਹ 1971 ਵਿੱਚ ਖਤਮ ਕਰ ਦਿੱਤਾ ਪ੍ਰਾਈਵੀ ਪਰਸ, ਠੀਕ ਹੈ ਜੀ। ਹੁਣ ਥੋੜਾ ਹੋਰ ਪੜ੍ਹ ਲੈਂਦੇ ਜੀ। ਸਟੇਟ ਬੈਂਕ ਆਫ ਇੰਡੀਆ SBI ਹੈ ਜਿਹੜੀ, ਉਹ ਕਿਸ ਤਰ੍ਹਾਂ ਬਣੀ, ਕਦੋਂ ਬਣੀ, ਉਹਦਾ ਪਹਿਲਾਂ ਕੀ ਨਾਮ ਸੀ, ਇਹ ਇੰਪੋਰਟੈਂਟ ਆ। ਉਸ ਨੂੰ 1 ਜੁਲਾਈ 1955 ਵਿੱਚ ਬਣਾਇਆ ਗਿਆ ਸੀ। ਕਦੋਂ, 1955। ਇੰਪੋਰਟੈਂਟ ਆ। ਦੇਖੋ ਸਾਰੇ ਡਾਟੇ ਨਹੀਂ ਆਪਾਂ ਯਾਦ ਕਰਨੇ, ਜਿਹੜੇ ਇੰਪੋਰਟੈਂਟ ਡਾਟੇ ਆ ਉਹ ਮਿਸ ਨਹੀਂ ਕਰਨੇ। ਇਹ ਡਾਟੇ ਤੁਸੀਂ ਨਾ ਲਿਖ ਕੇ ਰੱਖ ਲੈਣੇ ਆ, ਤੇ ਐਗਜ਼ਾਮ ਤੋਂ 1 ਹਫ਼ਤਾ ਪਹਿਲਾਂ ਇਹੀ ਗੱਲਾਂ ਪੜ੍ਹਨੀਆਂ ਜਿਹੜੀਆਂ ਅਸੀਂ ਭੁੱਲ ਸਕਦੇ ਹਾਂ। ਭਾਰਤ ਸਰਕਾਰ ਨੇ ਸਾਲ 1955 ਵਿੱਚ ਭਾਰਤੀ ਰਿਜ਼ਰਵ ਬੈਂਕ ਦੀ 60% ਹਿੱਸੇਦਾਰੀ ਲੈ ਕੇ ਇੰਪੀਰੀਅਲ ਬੈਂਕ ਆਫ ਇੰਡੀਆ ਦਾ ਰਾਸ਼ਟਰੀਕਰਨ ਕੀਤਾ, ਠੀਕ ਹੈ ਨਾ। ਪਹਿਲਾਂ ਇਹ ਇੰਪੀਰੀਅਲ ਬੈਂਕ ਆਫ ਇੰਡੀਆ ਸੀ, ਹੈ ਨਾ, ਤੇ ਉਹਦੇ ਵਿੱਚ ਕੀ ਆ, ਜ਼ਿਆਦਾ ਸ਼ੇਅਰ ਆਪਣੇ ਲੈ ਲਏ ਸਰਕਾਰ ਨੇ ਤੇ ਇਹਦਾ ਰਾਸ਼ਟਰੀਕਰਨ ਕਰਤਾ ਅਤੇ ਨਾਮ ਬਦਲ ਕੇ ਸਟੇਟ ਬੈਂਕ ਆਫ ਇੰਡੀਆ ਰੱਖਿਆ ਗਿਆ। SBI ਭਾਰਤ ਦੀ ਸਭ ਤੋਂ ਵੱਡੀ ਸਰਕਾਰੀ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਵਾਲੀ ਕੰਪਨੀ ਹੈ। ਇਹ ਇੰਪੋਰਟੈਂਟ ਪੁਆਇੰਟ ਆ ਕਿ ਸਭ ਤੋਂ ਵੱਡੀ ਕਮਰਸ਼ੀਅਲ ਬੈਂਕ ਕਿਹੜੀ ਆ ਭਾਰਤ ਦੀ, SBI। ਇਹ ਵੀ ਪ੍ਰਸ਼ਨ UPSC ਵਿੱਚ ਪੁੱਛਿਆ ਗਿਆ। ਸਭ ਤੋਂ ਜ਼ਿਆਦਾ ਵਿੱਤੀ ਸੇਵਾਵਾਂ ਕੌਣ ਪ੍ਰੋਵਾਈਡ ਕਰਦੀ ਆ, SBI, ਸਟੇਟ ਬੈਂਕ ਆਫ ਇੰਡੀਆ। ਤੇ ਸਭ ਤੋਂ ਵੱਡੀ ਸਰਕਾਰੀ ਬੈਂਕ ਕਿਹੜੀ ਆ, SBI। ਇਹ ਯਾਦ ਰੱਖਿਓ। ਅੱਗੇ ਜੀ, ਗਰੀਬਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਕਿਹੜਾ ਕਦਮ ਚੁੱਕੇ ਗਏ। ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ, ਠੀਕ ਹੈ ਨਾ। ਲੀਗਲ ਸਰਵਿਸਿਜ਼ ਅਥਾਰਟੀ ਐਕਟ 1987 ਦੁਆਰਾ ਆਮ ਲੋਕਾਂ ਨੂੰ, ਖਾਸ ਤੌਰ ਤੇ ਗਰੀਬ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰੋਵਾਈਡ ਕੀਤੀ ਜਾਂਦੀ ਹੈ। ਇਹ ਐਕਟ ਲਿਆਂਦਾ, ਇਹਦੇ ਵਿੱਚ ਕਈ ਪ੍ਰੋਵੀਜ਼ਨਸ ਹੈਗੀਆਂ ਆ। ਮੇਨ ਗੱਲ ਇੱਕ ਤੁਸੀਂ ਯਾਦ ਕਰ ਲਓ ਕਿ ਇਸ ਤਹਿਤ ਦੇਸ਼ ਭਰ ਵਿੱਚ ਲੋਕ ਅਦਾਲਤਾਂ ਲਗਾਈਆਂ ਜਾਂਦੀਆਂ ਹਨ। ਲੋਕ ਅਦਾਲਤਾਂ, ਤੁਸੀਂ ਸੁਣਿਆ ਹੋਵੇਗਾ ਕਿ ਸਾਡੇ ਏਰੀਏ ਵਿੱਚ ਲੋਕ ਅਦਾਲਤ ਲੱਗੀ। ਉਸ ਵਿੱਚ ਕੀ ਹੁੰਦਾ ਆ ਕਿ ਜਿਹੜੇ ਕੇਸ ਚੱਲਦੇ ਆ, ਪੈਂਡਿੰਗ ਆ ਜਿਹੜੇ ਕੋਰਟ ਵਿੱਚ, ਉਹ ਜਲਦੀ ਨਿਪਟਾਏ ਜਾਂਦੇ ਆ। ਇਹ ਵੀ ਤੁਹਾਡੇ ਸਿਲੇਬਸ ਦਾ ਪਾਰਟ ਆ। ਲੋਕ ਅਦਾਲਤ ਵਗੈਰਾ ਕੀ ਹੁੰਦੀਆਂ ਅਸੀਂ ਪੜ੍ਹਾਂਗੇ ਅੱਗੇ। ਪੇਂਡੂ ਖੇਤਰ ਵਿੱਚ ਕਾਟੇਜ ਉਦਯੋਗਾਂ ਦੇ ਵਿਕਾਸ ਲਈ ਵੱਖ-ਵੱਖ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਸੀ। ਕਾਟੇਜ ਉਦਯੋਗ ਅਸੀਂ ਪੜ੍ਹਿਆ। ਕਾਟੇਜ ਉਦਯੋਗ ਕੀ ਹੁੰਦੇ ਆ, ਜਿਹਦੇ ਵਿੱਚ ਪਰਿਵਾਰ ਦੇ ਮੈਂਬਰ ਹੀ ਕੰਮ ਧੰਦਾ ਕਰਕੇ ਕੁਛ ਨਾ ਕੁਛ ਉਤਪਾਦ ਬਣਾਉਂਦੇ ਆ, ਠੀਕ। ਉਹ ਨਾਰੀਅਲ ਦੇ ਜਿਹੜੇ ਹੁੰਦੇ ਨੇ ਉੱਪਰਲੇ ਸੁੱਕੇ ਜਿਹੇ ਪੂਰੇ ਛਿੱਲੜ, ਉਹਨੂੰ ਯੂਜ਼ ਕਰਕੇ ਕੁਛ ਬਣਾ ਲੈਂਦੇ ਆ। ਤੇ ਖਾਦੀ ਚਰਖਾ ਕੱਤ ਕੇ ਧਾਗਾ ਬਣਾ ਕੇ ਕੁਛ ਕੱਪੜਾ ਬਣਾ ਲੈਂਦੇ ਆ, ਇਸ ਤਰ੍ਹਾਂ ਦੇ। ਤਾਂ ਇਹਨਾਂ ਦੇ ਵਿਕਾਸ ਲਈ ਦੇਖੋ ਕੁਛ ਬੋਰਡ ਕਮਿਸ਼ਨ ਬਣਾਏ ਗਏ। ਕਿਹੜੇ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਬੋਰਡ ਬਣਾਇਆ, ਕਮਿਸ਼ਨ ਬਣਾਇਆ। ਲਘੂ ਸਕੇਲ ਉਦਯੋਗ ਬੋਰਡ ਬਣਾਇਆ, ਰਾਸ਼ਟਰੀ ਲਘੂ ਉਦਯੋਗ ਨਿਗਮ ਬਣਾਇਆ, ਹੈਂਡਲੂਮ ਬੋਰਡ ਬਣਾਇਆ, ਹੈਂਡੀਕ੍ਰਾਫਟ ਬੋਰਡ ਬਣਾਇਆ, ਹੱਥ ਨਾਲ ਜਿਹੜੀਆਂ ਕਲਾਕ੍ਰਿਤੀਆਂ ਬਣਾਈਆਂ ਜਾਂਦੀਆਂ ਉਹਦੇ ਲਈ ਬੋਰਡ। ਕੁਆਇਰ ਬੋਰਡ, ਕੁਆਇਰ ਉਹੀ ਨਾਰੀਅਲ ਦਾ ਜਿਹੜਾ ਹੁੰਦਾ ਬਾਹਰ ਵਾਲਾ ਪੂਰਾ ਜਿਹਾ ਸੁੱਕਾ ਜਿਹਾ ਨਾ ਹੁੰਦਾ, ਰੇਸ਼ੇ ਜਿਹੇ, ਉਹ। ਸਿਲਕ ਬੋਰਡ, ਸਿਲਕ ਨੂੰ ਪ੍ਰਮੋਟ ਕਰਨ ਲਈ। ਇਸ ਤਰ੍ਹਾਂ ਦੇ ਕਈ ਬੋਰਡ ਬਣਾਏ ਤਾਂ ਕਿ ਕਾਟੇਜ ਇੰਡਸਟਰੀ ਪ੍ਰਮੋਟ ਹੋਵੇ। ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਪ੍ਰੋਗਰਾਮ ਸ਼ੁਰੂ ਕੀਤੇ ਗਏ ਅਤੇ ਸ਼ੁਰੂ ਕੀਤੇ ਜਾ ਰਹੇ ਹਨ। ਉਹ ਕਿਹੜੇ ਜੀ,
ਆਮ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਲਈ। ਇਹ ਵੀ ਇੰਪੋਰਟੈਂਟ ਪੁਆਇੰਟ ਆ, ਮੇਨਸ ਵਿੱਚ ਪੁੱਛੇ ਗਏ ਆ ਕਿ ਕਿਹੜੇ ਕਿਹੜੇ ਡਿਵੈਲਪਮੈਂਟ ਪ੍ਰੋਗਰਾਮ ਆਏ ਆ ਜੀ ਆਜ਼ਾਦੀ ਤੋਂ ਬਾਅਦ। ਤੁਸੀਂ 4-5 ਜ਼ਰੂਰ ਯਾਦ ਰੱਖਿਓ ਜੀ। ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ 1952 ਵਿੱਚ ਹੀ ਆ ਗਿਆ ਸੀ, ਜਲਦੀ ਹੀ। ਫਿਰ ਹਿਲ ਏਰੀਆ ਡਿਵੈਲਪਮੈਂਟ ਪ੍ਰੋਗਰਾਮ, ਪਹਾੜੀ ਖੇਤਰ ਵਿਕਾਸ ਪ੍ਰੋਗਰਾਮ। ਫਿਰ ਡਰਾਟ ਏਰੀਆ ਲਈ ਪ੍ਰੋਗਰਾਮ, ਡਰਾਟ ਮਤਲਬ ਜਿੱਥੇ ਸੋਕਾ ਪਿਆ ਹੋਵੇ, ਸੋਕਾ ਪ੍ਰਭਾਵਿਤ ਖੇਤਰ ਪ੍ਰੋਗਰਾਮ। ਘੱਟੋ ਘੱਟ ਲੋੜਾਂ ਦਾ ਪ੍ਰੋਗਰਾਮ, ਮਿਨੀਮਮ ਨੀਡਸ ਪੂਰੀਆਂ ਕਰਨ ਲਈ ਪ੍ਰੋਗਰਾਮ। ਏਕੀਕ੍ਰਿਤ ਪੇਂਡੂ ਵਿਕਾਸ ਪ੍ਰੋਗਰਾਮ, ਏਕੀਕ੍ਰਿਤ ਮਤਲਬ ਇੰਟੀਗ੍ਰੇਟਡ ਰੂਰਲ ਡਿਵੈਲਪਮੈਂਟ ਪ੍ਰੋਗਰਾਮ। ਜਵਾਹਰ ਰੋਜ਼ਗਾਰ ਯੋਜਨਾ, ਸਵਰਨ ਜਯੰਤੀ ਗ੍ਰਾਮ ਸਵੈ ਰੋਜ਼ਗਾਰ ਯੋਜਨਾ, ਠੀਕ, ਇਹ ਰੋਜ਼ਗਾਰ ਨਾਲ ਸੰਬੰਧਿਤ ਸੀ ਪ੍ਰੋਗਰਾਮ। ਅੱਜ ਕੱਲ੍ਹ ਵੀ ਤੁਹਾਨੂੰ ਪਤਾ ਆਏ ਆ ਕਿਹੜੇ ਕਿਹੜੇ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਪੰਡਿਤ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਵਿਕਾਸ ਯੋਜਨਾ, ਕੁਛ ਇਸ ਤਰ੍ਹਾਂ ਦੇ ਹੈ ਨਾ। ਤੇ ਇਹ ਤੁਸੀਂ ਪੜ੍ਹ ਲੈਣਾ ਵੀ ਕਿਹੜੇ ਕਿਹੜੇ ਰੀਸੈਂਟ ਵੀ ਹੈ ਚੱਲ ਰਹੇ, ਉਹ ਤੁਸੀਂ ਕਰੰਟ ਅਫੇਅਰਸ ਵਿੱਚ ਜ਼ਰੂਰ ਪੜ੍ਹਦੇ ਹੋਵੋਗੇ। ਸੰਪੂਰਨ ਗ੍ਰਾਮੀਣ ਰੋਜ਼ਗਾਰ ਯੋਜਨਾ, ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਪ੍ਰੋਗਰਾਮ, ਇਹ ਸਾਰੇ ਪ੍ਰੋਗਰਾਮ ਜੀ, ਠੀਕ ਹੈ ਜੀ। ਇਹ ਪ੍ਰੋਗਰਾਮ ਆ ਮੈਂ ਅੰਗਰੇਜ਼ੀ ਵਿੱਚ ਲਿਖੇ ਆ, ਤੁਸੀਂ ਦੇਖ ਲੈਣੇ, ਪੜ੍ਹ ਲੈਣੇ। ਦੇਖੋ ਜਦੋਂ ਤੁਸੀਂ ਨਾ ਖੁਦ ਕਿਤਾਬ ਪੜ੍ਹੋਗੇ, ਮੰਨ ਲਓ ਲਕਸ਼ਮੀਕਾਂਤ ਪੜ੍ਹੋਗੇ, ਉਹਦੇ ਵਿੱਚ ਟੈਕਸਟ ਜ਼ਿਆਦਾ ਆ, ਜ਼ਰੂਰੀ ਨਹੀਂ ਕਿ ਤੁਹਾਨੂੰ ਸਾਰੀਆਂ ਗੱਲਾਂ ਦੀ ਸਮਝ ਲੱਗੇ। ਚਲੋ ਸਮਝ ਲੱਗ ਵੀ ਜਾਵੇ, ਮੇਨ ਇੰਪੋਰਟੈਂਟ ਗੱਲ ਹੁੰਦੀ ਆ ਕਿ ਐਗਜ਼ਾਮ ਵਿੱਚ ਕੀ ਆਉਣਾ। ਹੁਣ ਮੈਂ ਤੁਹਾਨੂੰ ਦੱਸਦਾ ਕਿ ਐਗਜ਼ਾਮ ਵਿੱਚ ਇਸ ਤਰ੍ਹਾਂ ਦੇ ਪੁੱਛੇ ਗਏ ਆ ਜੀ ਪ੍ਰੋਗਰਾਮ, ਕਿਹੜੇ ਕਿਹੜੇ ਆਏ। ਬਸ ਤੁਸੀਂ ਉਸ ਵੇਲੇ ਉਹ ਪ੍ਰੋਗਰਾਮਾਂ ਨੂੰ ਉਹ ਗੱਲਾਂ ਨੂੰ ਜ਼ਿਆਦਾ ਫੋਕਸ ਕਰ ਲੈਣਾ ਵੀ ਇਹ ਮੇਨਸ ਲਈ ਇੰਪੋਰਟੈਂਟ ਪੁਆਇੰਟ ਹੋ ਗਏ। 3-4 ਤੁਹਾਨੂੰ ਪ੍ਰੋਗਰਾਮ ਪਤਾ ਹੋਣੇ ਚਾਹੀਦੇ ਆ, ਚਾਹੇ ਤੁਸੀਂ ਮੈਟਰ ਕੁਛ ਲਿਖ ਪਾਓਗੇ। ਅੱਗੇ ਦੇਖਦੇ ਆ ਜੀ, ਜੰਗਲੀ ਜੀਵਾਂ ਅਤੇ ਜੰਗਲਾਂ ਦੀ ਸੰਭਾਲ ਲਈ ਐਕਟ ਬਣਾਏ ਗਏ, ਠੀਕ ਹੈ ਨਾ। ਆਪਣੇ ਵਾਈਲਡ ਲਾਈਫ ਐਨੀਮਲਸ, ਇਹਨਾਂ ਸਾਰਿਆਂ ਲਈ ਵੀ ਕੁਛ ਐਕਟ ਬਣਾਏ ਗਏ। ਕਿਹੜੇ ਕਿਹੜੇ? ਜੰਗਲੀ ਜੀਵ ਸੁਰੱਖਿਆ ਐਕਟ, ਜੰਗਲਾਤ ਸੰਭਾਲ ਐਕਟ, ਰਾਸ਼ਟਰੀ ਜੰਗਲਾਤ ਨੀਤੀ ਲੈ ਕੇ ਆਏ ਜੀ, ਪ੍ਰੋਪਰ ਪਾਲਿਸੀ ਲੈ ਕੇ ਆਏ, ਠੀਕ। ਇਸ ਹਿਸਾਬ ਨਾਲ ਵਾਤਾਵਰਨ ਲਈ ਵਾਟਰ ਐਕਟ ਆਇਆ, ਏਅਰ ਐਕਟ ਆਇਆ। ਤੇ ਇਹ ਤੁਸੀਂ ਯਾਦ ਰੱਖਣਾ ਕਿ ਜਿਹੜਾ ਸੈਂਟਰਲ ਲੈਵਲ ਤੇ ਸਟੇਟ ਲੈਵਲ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਹੁੰਦੇ ਆ ਨਾ, ਉਹ ਵਾਟਰ ਐਕਟ ਤਹਿਤ ਸਥਾਪਿਤ ਕੀਤੇ ਗਏ ਆ। ਇਹ ਏਅਰ ਐਕਟ ਤਹਿਤ ਨਹੀਂ, ਵਾਟਰ ਐਕਟ ਤਹਿਤ ਸੈਂਟਰ ਤੇ ਰਾਜ ਪੱਧਰ ਤੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਦੀ ਸਥਾਪਨਾ ਕੀਤੀ ਗਈ ਹੈ, ਠੀਕ ਹੈ ਜੀ। ਅੱਛਾ ਜੀ, ਇਸ ਤਰ੍ਹਾਂ ਦੇ ਐਕਟ ਆਏ ਜੀ, ਇਹ ਬੋਰਡ ਬਣਾਏ ਗਏ ਮਤਲਬ ਤਾਂ ਕਿ ਵਾਤਾਵਰਨ ਦੀ ਸੁਰੱਖਿਆ ਹੋਵੇ, ਸੁਧਾਰ ਹੋਵੇ। ਆਪਾਂ ਅੰਗਰੇਜ਼ੀ 'ਚ ਪੜ੍ਹ ਲੈਂਦੇ ਹਾਂ, ਉਹ ਜ਼ਿਆਦਾ ਵਧੀਆ ਰਹੇਗਾ। ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972, 1972 ਵਾਲਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ, ਵਾਈਲਡ ਲਾਈਫ ਦੀ ਪ੍ਰੋਟੈਕਸ਼ਨ ਕਰਨਾ। ਦ ਫੋਰੈਸਟ ਕੰਜ਼ਰਵੇਸ਼ਨ ਐਕਟ, ਫੋਰੈਸਟ ਨੂੰ ਕੰਜ਼ਰਵ ਕਰਨਾ, ਸੰਰਕਸ਼ਣ ਕਰਨੀ ਉਹਨਾਂ ਦੀ। ਦੇਖੋ ਜੀ, ਇਹ ਹੁੰਦਾ ਕਿ ਇੱਕ ਤਾਂ ਹੁੰਦਾ ਪ੍ਰੋਟੈਕਸ਼ਨ, ਵੀ ਉਹਨਾਂ ਦੇ ਜੋ ਪ੍ਰੈਜ਼ੈਂਟ ਸਿਚੁਏਸ਼ਨ ਆ ਉਹ ਜ਼ਿਆਦਾ ਖਰਾਬ ਨਹੀਂ ਹੋਣ ਦੇਣੀ। ਇੱਕ ਹੁੰਦਾ ਕੰਜ਼ਰਵੇਸ਼ਨ ਵਿੱਚ ਕੀ ਆ ਕਿ ਅਸੀਂ ਪ੍ਰੋਟੈਕਸ਼ਨ ਦੇ ਨਾਲ ਕੁਛ ਹੋਰ ਐਫਰਟ ਵੀ ਕਰਦੇ ਹਾਂ ਕਿ ਉਹ ਸੰਰਕਸ਼ਣ ਉਹਦਾ ਰਵੇ, ਕੁਛ ਹੋਰ ਪੋਜ਼ੀਟਿਵ ਸਟੈਪ ਵੀ ਕਰਦੇ ਹਾਂ। ਤੇ ਨਾਲ ਦੀ ਨਾਲ ਕੰਜ਼ਰਵੇਸ਼ਨ ਵਿੱਚ ਥੋੜ੍ਹਾ ਬਹੁਤ ਨਾ ਉਸ ਰਿਸੋਰਸਿਸ ਦਾ ਯੂਜ਼ ਵੀ ਅਸੀਂ ਕਰ ਸਕਦੇ ਹਾਂ। ਪ੍ਰੋਟੈਕਸ਼ਨ ਵਿੱਚ ਯੂਜ਼ ਕਰਨ ਦੀ ਕਾਫੀ ਨਾ ਪਾਬੰਦੀਆਂ ਹੁੰਦੀਆਂ। ਨੈਸ਼ਨਲ ਫੋਰੈਸਟ ਪਾਲਿਸੀ ਵੀ ਆਈ ਸਾਡੇ ਕੋਲ, ਫੋਰੈਸਟ ਦੇ ਉੱਤੇ ਪਾਲਿਸੀ ਵੀ ਆਹ ਕੰਮ ਕਰਨੇ ਆ। ਅੱਛਾ ਜੀ, ਐਨਵਾਇਰਮੈਂਟਲੀ ਵਾਟਰ ਐਕਟ ਆਇਆ, ਏਅਰ ਐਕਟ ਆਇਆ। ਤੇ ਵਾਟਰ ਐਕਟ ਦੇ ਤਹਿਤ ਅਸੀਂ ਪੜ੍ਹਿਆ ਕੀ ਬਣਿਆ ਸੀ, ਸੈਂਟਰ ਤੇ ਸਟੇਟ ਲੈਵਲ ਦੇ ਪੋਲਿਊਸ਼ਨ ਕੰਟਰੋਲ ਬੋਰਡ ਬਣੇ ਸੀ। ਤਾਂ ਇਹਨਾਂ ਦਾ ਕੀ ਕੰਮ ਸੀ, ਫॉर द ਪ੍ਰੋਟੈਕਸ਼ਨ ਐਂਡ ਇੰਪਰੂਵਮੈਂਟ ਆਫ ਐਨਵਾਇਰਮੈਂਟ ਕਰਨੀ ਹੈ ਜੀ, ਠੀਕ ਹੈ ਜੀ। ਅੱਗੇ ਦੇਖੋ ਜੀ, ਪੰਚਾਇਤਾਂ ਲਈ ਕੀ ਆਇਆ, ਪੰਚਾਇਤਾਂ ਲਈ ਸੰਵਿਧਾਨ ਦੇ 73ਵੇਂ ਸੋਧ ਐਕਟ ਦੁਆਰਾ ਤੀਜੇ ਦਰਜੇ ਦੀ ਸਰਕਾਰ, ਗਵਰਨਮੈਂਟ ਐਟ ਥਰਡ ਟਾਇਰ। ਦੇਖੋ, ਇੱਕ ਹੁੰਦੀ ਸਰਕਾਰ ਸੈਂਟਰ ਤੇ, ਇੱਕ ਹੁੰਦੀ ਸਰਕਾਰ ਸਟੇਟ ਤੇ, ਤਾਂ ਤੀਜੇ ਲੈਵਲ ਤੇ ਜਿਹੜੀ ਸਰਕਾਰ ਆ, ਪਿੰਡਾਂ ਲੈਵਲ ਤੇ, ਮਿਊਨਿਸਪੈਲਿਟੀਆਂ ਲੈਵਲ ਤੇ, ਉਹ ਵੀ ਲਿਆਂਦੀ ਗਈ। 73ਵੀਂ ਸੋਧ ਐਕਟ ਦੁਆਰਾ ਪੰਚਾਇਤਾਂ ਦਾ ਨਿਰਮਾਣ ਕਰਨ ਲਈ ਕੌਨਸਟੀਟਿਊਸ਼ਨਲ ਪ੍ਰੋਵੀਜ਼ਨ, ਸੰਵਿਧਾਨਿਕ ਪ੍ਰੋਵੀਜ਼ਨ ਪ੍ਰੋਵਾਈਡ ਕੀਤੀ ਗਈ, ਠੀਕ ਹੈ ਜੀ। ਹੋਰ ਦੇਖੋ ਜੀ, ਜਿਹੜੇ ਸਮਾਜ ਦੇ ਕਮਜ਼ੋਰ ਵਰਗ ਆ ਉਹਨਾਂ ਲਈ ਕੀ ਕਰਦੇ ਜੀ, ਕੀ ਕੀਤਾ ਗਿਆ। ਸਰਕਾਰ ਵਿੱਚ ਅਨੁਸੂਚਿਤ ਜਾਤੀਆਂ, ਜਨਜਾਤੀਆਂ ਅਤੇ ਹੋਰ ਕਮਜ਼ੋਰ ਵਰਗਾਂ ਲਈ ਸੀਟਾਂ ਦੇ ਰਾਖਵੇਂ ਕਰਨ ਲਈ ਪ੍ਰਬੰਧ ਕੀਤੇ ਗਏ ਸਨ। ਸਰਕਾਰ ਵਿੱਚ ਵੀ ਜਿਹੜੀ ਗਵਰਨਮੈਂਟ ਫਾਰਮ ਹੋਣੀ ਆ, ਇਲੈਕਸ਼ਨ ਹੋਣੇ ਆ, ਉਹਦੇ ਵਿੱਚ ਵੀ ਕੀ ਆ, ਰਿਜ਼ਰਵੇਸ਼ਨ ਦੋ SC ST ਤੇ ਹੋਰ ਕਮਜ਼ੋਰ ਵਰਗਾਂ ਲਈ, ਨੌਕਰੀਆਂ ਲਈ, ਵਿਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਲਈ ਅਤੇ ਚੁਣੇ ਹੋਏ ਨੁਮਾਇੰਦਿਆਂ ਵਿੱਚ। ਬੇਸਿਕਲੀ 3 ਥਾਂ ਰਿਜ਼ਰਵੇਸ਼ਨ ਹੁੰਦੀ ਆ,
ਇੱਕ ਹੁੰਦੀ ਨੌਕਰੀਆਂ ਵਿੱਚ, ਇੱਕ ਹੁੰਦੀ ਐਜੂਕੇਸ਼ਨ ਵਿੱਚ, ਇੱਕ ਹੁੰਦੇ ਜੀ ਚੁਣੇ ਹੋਏ ਨੁਮਾਇੰਦਿਆਂ ਵਿੱਚ ਜਦੋਂ ਇਲੈਕਸ਼ਨ ਹੁੰਦੇ ਆ। ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਹਿੱਤਾਂ ਦੀ ਰੱਖਿਆ ਲਈ 1990 ਦੇ 65ਵੇਂ ਸੰਵਿਧਾਨਿਕ ਸੋਧ ਐਕਟ ਦੁਆਰਾ 65ਵੇਂ ਸੰਵਿਧਾਨਿਕ ਸੋਧ ਐਕਟ ਦੁਆਰਾ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਨਾਮਕ ਇੱਕ ਕਮਿਸ਼ਨ ਬਣਾਇਆ ਗਿਆ ਸੀ। ਇਹ ਇੰਪੋਰਟੈਂਟ ਪੁਆਇੰਟ ਤੁਸੀਂ ਯਾਦ ਰੱਖਣਾ ਕਿ ਪਹਿਲਾਂ 1990 ਵਿੱਚ 65ਵੇਂ ਸੰਵਿਧਾਨਿਕ ਸੋਧ ਐਕਟ ਦੁਆਰਾ ਨੈਸ਼ਨਲ ਲੈਵਲ ਤੇ ਇੱਕ ਕਮਿਸ਼ਨ ਬਣਾਤਾ ਤਾਂ ਕਿ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਦੇ ਹਿੱਤਾਂ ਦੀ ਸੁਰੱਖਿਆ ਹੋ ਸਕੇ। ਇਹ ਬੋਡੀ ਦਾ, ਇਹ ਕਮਿਸ਼ਨ ਦਾ ਇਹ ਕੰਮ ਸੀ ਕਿ ਇਹ SC ਤੇ ST ਵਰਗਾਂ ਦੇ ਲੋਕਾਂ ਦੀ ਹਿੱਤਾਂ ਦੀ ਸੁਰੱਖਿਆ ਕਰੇ, ਠੀਕ ਹੈ ਨਾ, ਹਿੱਤਾਂ ਦੀ ਰੱਖਿਆ ਕਰੇ, ਦੇਖੇ ਕਿ ਇਹਨਾਂ ਦੀ ਕੀ ਸਮੱਸਿਆਵਾਂ ਆ, ਉਸ ਹਿਸਾਬ ਨਾਲ ਰਿਕਮੈਂਡੇਸ਼ਨ ਦੇਵੇ। ਇਸ ਕਮਿਸ਼ਨ ਬਾਰੇ, ਇਹ ਕਮਿਸ਼ਨਾਂ ਬਾਰੇ ਅੱਗੇ ਅਸੀਂ ਜਾ ਕੇ ਡਿਟੇਲ ਵਿੱਚ ਪੜਾਂਗੇ। ਤੁਸੀਂ ਇੰਨਾ ਯਾਦ ਰੱਖਣਾ ਇਸ ਵੇਲੇ ਕਿ ਇਹਨਾਂ ਦੇ ਹਿੱਤਾਂ ਦੀ ਰੱਖਿਆ ਲਈ 65th ਅਮੈਂਡਮੈਂਟ ਦੁਆਰਾ ਕਮਿਸ਼ਨ ਫॉर SC ਐਂਡ ST ਇੱਕ ਕਾਮਨ ਕਮਿਸ਼ਨ ਬਣਾਇਆ। ਬਾਅਦ ਵਿੱਚ ਬਹੁਤ ਇੰਪੋਰਟੈਂਟ ਪੁਆਇੰਟ ਆ, ਬਾਅਦ ਵਿੱਚ 2003 ਵਿੱਚ 99ਵੇਂ ਸੰਵਿਧਾਨਿਕ ਸੋਧ ਐਕਟ ਦੁਆਰਾ 89th ਕਨਸਟੀਟਿਊਸ਼ਨਲ ਅਮੈਂਡਮੈਂਟ ਦੁਆਰਾ ਕੀ ਕੀਤਾ ਗਿਆ, ਜਿਹੜਾ SC ST ਦਾ ਇੱਕ ਕਮਿਸ਼ਨ ਸੀ ਉਹਨੂੰ ਹਟਾ ਕੇ ਉਹਨੂੰ ਬਦਲ ਕੇ ਦੋ ਕਮਿਸ਼ਨ ਬਣਾ ਦਿੱਤੇ ਅਲੱਗ-ਅਲੱਗ, ਮਤਲਬ ST ਲਈ ਅਲੱਗ ਤੋਂ ਕਮਿਸ਼ਨ ਬਣਾਤਾ। ਉਪਰੋਕਤ ਕਮਿਸ਼ਨ ਨੂੰ ਇਹਨਾਂ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਕਿਹੜੇ ਦੋ ਹਿੱਸੇ? ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਇੱਕ ਤੇ ਅਨੁਸੂਚਿਤ ਜਨਜਾਤੀਆਂ ਜਾਂ ਕਬੀਲਿਆਂ ਲਈ ਰਾਸ਼ਟਰੀ ਕਮਿਸ਼ਨ ਦੂਸਰਾ। ਮਤਲਬ SC ST ਦੇ ਅਲੱਗ-ਅਲੱਗ ਕਮਿਸ਼ਨ ਬਣਾਤੇ। ਪਹਿਲਾਂ SC ਤੇ ST ਦਾ ਕਮਿਸ਼ਨ ਇੱਕ ਹੁੰਦਾ ਸੀ, ਸ਼ਡਿਊਲ ਕਾਸਟ ਤੇ ਸ਼ਡਿਊਲ ਟ੍ਰਾਈਬ ਦਾ। ਹੁਣ ਸ਼ਡਿਊਲ ਟ੍ਰਾਈਬ ਦਾ ਕਮਿਸ਼ਨ ਅਲੱਗ ਤੋਂ ਬਣਾ ਦਿੱਤਾ ਗਿਆ। ਤੁਸੀਂ ਇੱਥੇ ਨਾ 89th ਅਮੈਂਡਮੈਂਟ ਜ਼ਰੂਰ ਯਾਦ ਰੱਖਣੀ ਆ। ਦੇਖੋ ਸੰਵਿਧਾਨ 'ਚ ਬਹੁਤ ਸੋਧਾਂ ਹੋਈਆਂ, ਅਸੀਂ ਸਾਰੀਆਂ ਅਮੈਂਡਮੈਂਟਸ ਨਹੀਂ ਯਾਦ ਰੱਖ ਸਕਦੇ, ਪਰ ਜਿਹੜੀਆਂ ਇੰਪੋਰਟੈਂਟ ਆ, ਜਿਹੜੀਆਂ ਐਗਜ਼ਾਮ 'ਚ ਬਾਰ-ਬਾਰ ਪੁੱਛੀਆਂ ਜਾਂਦੀਆਂ, ਉਹ ਜ਼ਰੂਰ ਯਾਦ ਕਰਨੀਆਂ, ਉਹ ਜ਼ਰੂਰ ਲਿਖ ਕੇ ਸਾਈਡ 'ਚ ਰੱਖ ਲੈਣੀਆਂ। ਤਾਂ ਪੇਪਰ ਤੋਂ ਇੱਕ ਹਫ਼ਤਾ ਪਹਿਲਾਂ ਇਹੀ ਬਾਰ-ਬਾਰ ਰਿਵਾਈਜ਼ ਕਰਨੀਆਂ ਹੁੰਦੀਆਂ ਗੱਲਾਂ ਜਿਹੜੀਆਂ ਤੁਸੀਂ ਭੁੱਲ ਸਕਦੇ ਹੋ। ਠੀਕ, ਅੱਗੇ ਹੈ ਜੀ ਕ੍ਰਿਮੀਨਲ ਪ੍ਰੋਸੀਜਰ ਕੋਡ 1973। ਇਸ ਦੁਆਰਾ ਰਾਜ ਦੀਆਂ ਜਨਤਕ ਸੇਵਾਵਾਂ ਵਿੱਚ ਜੋ ਪਬਲਿਕ ਸਰਵਿਸਿਜ਼ ਹੈ ਉਸ ਵਿੱਚ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਵੱਖ ਕੀਤਾ ਗਿਆ ਸੀ। ਕ੍ਰਿਮੀਨਲ ਪ੍ਰੋਸੀਜਰ ਕੋਡ ਵਿੱਚ ਦੇਖੋ ਅਸੀਂ ਇਹ ਪੜ੍ਹਿਆ ਪ੍ਰਿੰਸੀਪਲ ਕਿ ਜੁਡੀਸ਼ਰੀ ਨੂੰ ਐਗਜ਼ੀਕਿਊਟਿਵ ਤੋਂ ਅਲੱਗ ਕਰਨਾ ਆ, ਤੇ ਕ੍ਰਿਮੀਨਲ ਪ੍ਰੋਸੀਜਰ ਕੋਡ ਦੁਆਰਾ ਜਿਹੜੀਆਂ ਨਿਆਂਪਾਲਿਕਾ ਦੀਆਂ ਸੇਵਾਵਾਂ ਨੂੰ ਕਾਰਜਪਾਲਿਕਾ ਤੋਂ ਵੱਖ ਕੀਤਾ ਗਿਆ ਸੀ। ਇਹ ਸਮਝੀਏ ਪਹਿਲਾਂ, ਜਿੱਦਾਂ ਹੁਣ ਪਹਿਲਾਂ ਕੋਈ ਮੈਜਿਸਟ੍ਰੇਟ ਆ, ਲੋਕਲ ਤੁਹਾਡਾ SDM ਆ, ਉਹ ਤੁਹਾਡਾ ਐਗਜ਼ੀਕਿਊਟਿਵ ਵਾਲਾ ਕੰਮ ਵੀ ਕਰਦਾ ਸੀ ਜੋ ਉਹਦਾ ਹੁਣ ਕੰਮ ਆ, ਤੇ ਨਾਲ ਦੀ ਨਾਲ ਉਹ ਲੀਗਲ ਮੈਟਰ ਵੀ ਨਿਪਟਾ ਦਿੰਦਾ ਸੀ। ਨਿਆਂਪਾਲਿਕਾ ਵਾਲੇ ਵੀ ਉਹਦੇ ਕੋਲ ਅਧਿਕਾਰ ਸੀ। ਪਹਿਲਾਂ ਜ਼ਿਲ੍ਹਾ ਅਧਿਕਾਰੀ ਜਿਵੇਂ ਕਲੈਕਟਰ ਹੋ ਗਿਆ, ਉਪ ਮੰਡਲ ਅਧਿਕਾਰੀ ਹੋ ਗਿਆ, ਹਨਾ SDM ਵਗੈਰਾ ਹੋ ਗਏ, ਤਹਿਸੀਲਦਾਰ ਹੋ ਗਏ, ਇਹ ਕੀ ਕਰਦੇ ਸੀ, ਨਿਆਇਕ ਅਤੇ ਕਾਰਜਕਾਰੀ ਸ਼ਕਤੀਆਂ ਦੀ ਵਰਤੋਂ ਕਰ ਸਕਦੇ ਸੀ ਇਹਨਾਂ ਤੇ ਕਰਦੇ ਸੀ। ਇਹਨਾਂ ਕੋਲ ਜੁਡੀਸ਼ੀਅਲ ਪਾਵਰ ਵੀ ਹੁੰਦੀਆਂ ਸੀ ਤੇ ਐਗਜ਼ੀਕਿਊਟਿਵ ਪਾਵਰ ਵੀ ਹੁੰਦੀਆਂ ਸੀ। ਪਰ ਕ੍ਰਿਮੀਨਲ ਪ੍ਰੋਸੀਜਰ ਕੋਡ 1973 ਦੁਆਰਾ ਇਹਨਾਂ ਕੋਲੋਂ ਨਿਆਇਕ ਜਿਹੜੀਆਂ ਹੈ ਨਾ ਸੇਵਾਵਾਂ ਉਹ ਅਲੱਗ ਕਰ ਦਿੱਤੀਆਂ ਗਈਆਂ। ਇਹਨਾਂ ਲਈ ਅਲੱਗ ਤੋਂ ਹੁਣ ਆਫਿਸ ਬਣਾ ਦਿੱਤੇ ਗਏ। ਇਹਨਾਂ ਕੋਲ ਹੁਣ ਸਿਰਫ ਕਾਰਜਕਾਰੀ ਸ਼ਕਤੀਆਂ ਰਹਿ ਗਈਆਂ। ਕਹਿਣ ਦਾ ਭਾਵ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਤੋਂ ਅਲੱਗ ਕਰ ਦਿੱਤਾ ਗਿਆ, ਜੁਡੀਸ਼ਰੀ ਨੂੰ ਐਗਜ਼ੀਕਿਊਟਿਵ ਤੋਂ ਅਲੱਗ ਕਰ ਦਿੱਤਾ ਗਿਆ। ਠੀਕ ਹੈ ਜੀ। ਰਾਸ਼ਟਰੀ ਮਹੱਤਵ ਵਾਲੇ ਸਮਾਰਕਾਂ, ਸਥਾਨਾਂ ਅਤੇ ਵਸਤੂਆਂ ਦੀ ਸੁਰੱਖਿਆ ਲਈ ਹੇਠ ਲਿਖਿਆ ਐਕਟ ਬਣਾਇਆ ਗਿਆ ਸੀ। ਕਿਹੜਾ? ਪ੍ਰਾਚੀਨ ਅਤੇ ਇਤਿਹਾਸਿਕ ਸਮਾਰਕ ਅਤੇ ਪੁਰਾਤੱਤਵ ਸਾਈਟਾਂ ਅਤੇ ਅਵਸ਼ੇਸ਼ ਐਕਟ। ਕਹਿਣ ਦਾ ਮਤਲਬ ਸਾਡੇ ਜਿਹੜੇ ਰਾਸ਼ਟਰੀ ਮਹੱਤਵ ਵਾਲੇ ਸਮਾਰਕਾਂ, ਸਥਾਨ, ਵਸਤੂਆਂ, ਉਹਨਾਂ ਲਈ ਵੀ ਕੀ ਆ ਐਕਟ ਬਣਾ ਲਿਆ ਗਿਆ। ਇਹ ਵੀ 1951 ਵਿੱਚ ਹੀ ਬਣਾ ਦਿੱਤਾ ਗਿਆ ਸੀ, ਪੁਰਾਣਾ ਐਕਟ। ਅੱਗੇ ਦੇਖੋ ਜੀ, ਜਨਤਕ ਸਿਹਤ ਸੁਧਾਰ, ਹਨਾ, ਜਨਤਕ ਸਿਹਤ ਵਿੱਚ ਸੁਧਾਰ ਲਈ ਕੀ ਕੀਤਾ ਗਿਆ। ਆਮ ਜਨਤਾ ਦੀ ਸਿਹਤ ਸਹੀ ਬਣੇ ਰਹੇ ਉਹਨਾਂ ਲਈ ਦੇਖੋ ਹਸਪਤਾਲ ਵਗੈਰਾ ਬਣਾਏ ਗਏ, ਪ੍ਰਾਇਮਰੀ ਹੈਲਥ ਸੈਂਟਰ ਵਗੈਰਾ ਬਣਾਏ ਗਏ, ਤੇ ਇਹ ਵੀ ਡਿਸਾਈਡ ਕੀਤਾ ਗਿਆ ਕਿ ਇੰਨੇ ਏਰੀਏ ਵਿੱਚ ਇੱਕ ਪ੍ਰਾਇਮਰੀ ਹੈਲਥ ਸੈਂਟਰ ਹੋਣਾ ਚਾਹੀਦਾ ਆ, ਇੰਨੇ ਏਰੀਏ ਵਿੱਚ ਇੱਕ ਕਮਿਊਨਿਟੀ ਹੈਲਥ ਸੈਂਟਰ ਹੋਣਾ ਹੀ ਚਾਹੀਦਾ ਆ, ਇੰਨੇ ਏਰੀਏ ਵਿੱਚ ਘੱਟੋ ਘੱਟ ਇੱਕ ਹਸਪਤਾਲ ਹੋਣਾ ਹੀ ਚਾਹੀਦਾ ਆ। ਹਸਪਤਾਲ ਅਤੇ ਪ੍ਰਾਇਮਰੀ ਹੈਲਥ ਸੈਂਟਰ ਸਥਾਪਿਤ ਕੀਤੇ ਗਏ। ਵੱਖ-ਵੱਖ ਬਿਮਾਰੀਆਂ ਦੇ ਖਾਤਮੇ ਦੇ ਲਈ
ਕੇਂਦਰ ਨੇ ਕਈ ਵਿਸ਼ੇਸ਼ ਪ੍ਰੋਗਰਾਮ ਚਲਾਏ, ਜਿਸ ਤਰ੍ਹਾਂ ਦੇਖੋ ਮਲੇਰੀਏ ਨੂੰ ਖਤਮ ਕਰਨਾ ਜਾਂ ਟੀਬੀ ਨੂੰ ਖਤਮ ਕਰਨਾ, ਕੋੜ ਨੂੰ ਖਤਮ ਕਰਨਾ, ਏਡਸ, ਕਾਲਾ ਅਜ਼ਰ, ਜਾਪਾਨੀ ਐਨਸੀਫੈਲਿਟਿਸ, ਇਹ ਸਭ ਬਿਮਾਰੀਆਂ ਵਗੈਰਾ ਨੂੰ ਖਤਮ ਕਰਨ ਲਈ ਸਪੈਸ਼ਲ ਪ੍ਰੋਗਰਾਮ ਚਲਾਏ ਗਏ, ਜਿਹੜੇ ਕਿ ਇਹ ਬਿਮਾਰੀਆਂ ਤੇ ਫੋਕਸ ਸਨ। ਓਕੇ ਜੀ। ਕੁਝ ਰਾਜਾਂ ਵਿੱਚ ਦੁਧਾਰੂ ਅਤੇ ਸੋਕੇ ਵਾਲੇ ਜਾਨਵਰਾਂ ਦੇ ਕਤਲੇਆਮ ਤੇ ਪਾਬੰਦੀ ਲਗਾਉਣ ਲਈ ਕਾਨੂੰਨ ਬਣਾਏ ਗਏ ਹਨ। ਕੁਝ ਸਟੇਟ ਨੇ ਇਹਨਾਂ ਦੇ ਸਲੌਟਰ ਨੂੰ ਰੋਕਣ ਲਈ ਕਾਨੂੰਨ ਬਣਾ ਲਏ। ਆਲ ਇੰਡੀਆ ਲੈਵਲ ਤੇ ਇੱਕ ਸਾਂਝਾ ਕਾਨੂੰਨ ਭਾਵੇਂ ਨਹੀਂ ਆ, ਪਰ ਸਟੇਟ ਨੇ ਆਪਣੇ ਲੈਵਲ ਤੇ ਆਪਣੇ ਸਟੇਟਾਂ ਵਿੱਚ ਆਪਣੇ ਰਾਜਾਂ ਵਿੱਚ ਕਾਨੂੰਨ ਬਣਾ ਲਏ। ਬੁਢਾਪਾ ਪੈਨਸ਼ਨ ਲਈ ਸਕੀਮਾਂ ਆ ਗਈਆਂ ਜੀ। ਆਪਾਂ ਕਿਹਾ ਸੀ ਡਾਇਰੈਕਟਿਵ ਪ੍ਰਿੰਸੀਪਲ ਵਿੱਚ ਸਮਾਜਿਕ ਸੁਰੱਖਿਆ ਲਈ ਕੁਛ ਨਾ ਕੁਛ ਕਰਨਾ, ਤੇ ਤੁਸੀਂ ਦੇਖ ਲਿਓ ਜੀ ਸਕੀਮ ਆ ਹੈਗੀ ਸਾਡੀ ਪੈਨਸ਼ਨਾਂ ਚੱਲਦੀਆਂ, ਬੁਢਾਪੇ ਲਈ ਚੱਲਦੀ ਆ, ਵਿਧਵਾ ਲਈ ਚੱਲਦੀ ਆ, ਕਈ ਤਰ੍ਹਾਂ ਦੀਆਂ ਪੈਨਸ਼ਨਾਂ ਚੱਲਦੀਆਂ ਆ, ਤੇ ਕਈ ਤਰ੍ਹਾਂ ਦੀ ਪੈਨਸ਼ਨਾਂ ਚਲਾਉਣ ਦੀ ਲੋੜ ਆ ਹਾਲੇ। ਤੇ ਬੁਢਾਪਾ ਪੈਨਸ਼ਨ ਸਕੀਮ ਆ ਗਈ। ਤੇ ਪਾਲਿਸੀ ਆਫ ਨੋਨ ਅਲਾਈਨਮੈਂਟ ਐਂਡ ਪੰਚਸ਼ੀਲ, ਇੰਟਰਨੈਸ਼ਨਲ ਜਿਹੜੀ ਸਾਡੀ ਹੈ ਨੀਤੀ, ਉਹਦੇ ਤਹਿਤ ਅਸੀਂ ਨੋਨ ਅਲਾਈਨਮੈਂਟ ਦੀ ਪਾਲਿਸੀ ਲੈ ਕੇ ਆਏ ਸੀ। ਵੀ ਅਸੀਂ ਉਸ ਵੇਲੇ ਨਾ ਕੀ ਹੋਇਆ ਸੀ, ਜਦੋਂ ਭਾਰਤ ਆਜ਼ਾਦ ਹੋਇਆ ਸੀ ਨਾ, ਤੇ ਵਰਲਡ ਲਗਭਗ ਦੋ ਹਿੱਸਿਆਂ ਵਿੱਚ ਵੰਡਿਆ ਸੀ। ਇੱਕ ਪਾਸੇ ਸੀ US ਡੋਮੀਨੈਂਟ ਪੂੰਜੀਵਾਦੀ ਸਿਸਟਮ, ਦੂਸਰੇ ਪਾਸੇ ਸੀ ਰੂਸ ਡੋਮੀਨੈਂਟ ਸੋਸ਼ਲਿਸਟ ਸਿਸਟਮ। ਤੇ ਅਸੀਂ ਦੋਵਾਂ ਚੋਂ ਕਿਸੇ ਨੂੰ ਵੀ ਜੁਆਇਨ ਨਹੀਂ ਕੀਤਾ। ਅਸੀਂ ਪਾਲਿਸੀ ਆਫ ਨੋਨ ਅਲਾਈਨਮੈਂਟ ਲੈ ਕੇ ਆਏ ਵੀ ਨਹੀਂ, ਅਸੀਂ ਦੋਵਾਂ ਚੋਂ ਕਿਸੇ ਨੂੰ ਵੀ ਜੁਆਇਨ ਕਰਕੇ ਇਹ ਜਿਹੜਾ ਆਪਸ 'ਚ ਸੰਘਰਸ਼ ਆ ਦੋਹਾਂ ਦਾ, ਉਹਨੂੰ ਹੋਰ ਅੱਗ ਨਹੀਂ ਦੇਵਾਂਗੇ, ਤੇ ਅਸੀਂ ਆਪਣੀ ਡਿਵੈਲਪਮੈਂਟ ਵੱਲ ਧਿਆਨ ਦੇਵਾਂਗੇ। ਇਹ ਵੀ ਅਸੀਂ ਪੜ੍ਹਾਂਗੇ ਪਾਲਿਸੀ ਆਫ ਨੋਨ ਅਲਾਈਨਮੈਂਟ ਕੀ ਸੀ। ਤੇ ਪੰਚਸ਼ੀਲ ਦੀ ਨੀਤੀ ਲੈ ਕੇ ਆਏ। ਪੰਚਸ਼ੀਲ ਇਹ ਵੀ ਡਿਟੇਲ 'ਚ ਪੜ੍ਹਾਂਗੇ, ਪਰ ਤੁਸੀਂ ਮਾਈਂਡ ਵਿੱਚ ਇਹ ਰੱਖ ਲਓ ਕਿ ਪੰਚਸ਼ੀਲ ਦਾ ਮਤਲਬ ਆ ਕਿ ਅਸੀਂ ਜਿਹੜੀ ਸਾਡੀ ਵਿਦੇਸ਼ ਨੀਤੀ ਆ ਉਹਦੇ ਪ੍ਰਿੰਸੀਪਲ ਹੈ 5। ਮੇਨ ਤੁਹਾਨੂੰ ਮੈਂ ਦੱਸ ਦਿੰਦਾ ਵੀ ਅਸੀਂ ਕਿਸੇ ਦੂਸਰੇ ਦੇਸ਼ ਦੇ ਇੰਟਰਨਲ ਅਫੇਅਰਸ 'ਚ ਉਹ ਨਹੀਂ ਕਰਨਾ, ਇੰਟਰਫੇਅਰ ਨਹੀਂ ਕਰਨਾ, ਜੋ ਵੀ ਮਸਲੇ ਆ ਗੱਲਬਾਤ ਰਾਹੀਂ ਸੁਲਝਾਉਣੇ ਆ, ਇਸ ਤਰ੍ਹਾਂ ਦੀ ਗੱਲਾਂ ਹੈ ਇਹਦੇ ਵਿੱਚ। ਤਾਂ ਇਹ ਅਸੀਂ ਲੈ ਕੇ ਆਏ ਜੀ ਪਾਲਿਸੀਆਂ। ਪਰ ਫਿਰ ਕਹਿਣਾ ਕਿ ਇਹ ਸਭ ਗੱਲਾਂ ਦੇ ਬਾਵਜੂਦ ਵੀ ਅਸੀਂ ਡਾਇਰੈਕਟਿਵ ਪ੍ਰਿੰਸੀਪਲ ਨੂੰ ਲਾਗੂ ਕਰਨ ਵਿੱਚ ਬਹੁਤ ਪਛੜ ਰਹੇ ਹਾਂ। ਅਸੀਂ ਬਹੁਤ ਪਿੱਛੇ ਹਾਂ ਹਲੇ। ਕੁਛ ਪ੍ਰਿੰਸੀਪਲ ਨੂੰ ਅਸੀਂ ਕਹਿ ਤਾਂ ਦਿੱਤਾ ਕਿ ਅਸੀਂ ਕਾਨੂੰਨ ਬਣਾਤਾ, ਪਰ ਉਹ ਕਾਨੂੰਨ, ਪਹਿਲੀ ਗੱਲ ਤਾਂ ਕਾਨੂੰਨ ਸਾਰਿਆਂ 'ਤੇ ਨਹੀਂ ਬਣਾਏ, ਤੇ ਦੂਸਰੀ ਗੱਲ ਆ ਜਿਹੜੇ ਬਣਾਏ ਵੀ ਆ ਉਹ ਪ੍ਰੋਪਰ ਢੰਗ ਨਾਲ ਲਾਗੂ ਨਹੀਂ ਹੋ ਪਾਏ। ਕਾਰਨ ਦੇਖ ਲਓ ਜੀ, ਇੱਕ ਤਾਂ ਸਾਡੇ ਕੋਲ ਫਾਈਨੈਂਸ਼ੀਅਲ ਰਿਸੋਰਸਿਸ, ਵਿੱਤੀ ਸਰੋਤ ਘੱਟ ਆ, ਪੈਸਾ ਘੱਟ ਆ ਚੀਜ਼ਾਂ ਨੂੰ ਲਾਗੂ ਕਰਨ ਲਈ। ਹੋਰ ਤੁਸੀਂ ਦੇਖ ਲਓ ਜੇ ਲਾਗੂ ਕਰਨ ਲਈ ਦੇਖੋ ਕਰਪਸ਼ਨ ਵੀ ਤਾਂ ਹੈਗੀ ਹੈ ਨਾ, ਜਿਹੜਾ ਪੈਸਾ ਜਾਂਦਾ ਆ ਉਹ ਪ੍ਰੋਪਰ ਜਨਤਾ ਤੱਕ ਨਹੀਂ ਪਹੁੰਚਦਾ। ਤੇ ਸਾਡੇ ਸਮਾਜਿਕ ਤੇ ਆਰਥਿਕ ਹਾਲਾਤ ਅਨੁਕੂਲ ਨਹੀਂ ਹਨ। ਸਮਾਜ ਹਲੇ ਉਹਨਾਂ ਰਿਸੈਪਟਿਵ ਨਹੀਂ ਹੈ ਚੇਂਜਸ ਲਈ। ਤੇ ਆਰਥਿਕ ਦੀ ਗੱਲ ਤਾਂ ਅਸੀਂ ਕਰ ਚੁੱਕੇ ਹਾਂ ਕਿ ਸਾਡੇ ਕੋਲ ਪੈਸਾ ਘੱਟ ਆ, ਆਬਾਦੀ ਬਹੁਤ ਜ਼ਿਆਦਾ ਆ। ਆਬਾਦੀ ਘੱਟ ਹੋਵੇ ਤਾਂ ਚੀਜ਼ਾਂ ਨੂੰ ਲਾਗੂ ਕਰਨ ਵਿੱਚ ਆਸਾਨੀ ਹੋਵੇਗੀ। ਕੇਂਦਰ ਰਾਜ ਸੰਬੰਧ ਅਨੁਕੂਲ ਨਹੀਂ ਹਨ, ਇਹ ਇੱਕ ਆਪਣਾ ਪੰਗਾ ਆ। ਸੈਂਟਰ ਤੇ ਜੇ ਇੱਕ ਪਾਰਟੀ ਦੀ ਸਰਕਾਰ ਆ, ਸਟੇਟ ਤੇ ਜੇ ਵਿਰੋਧੀ ਪਾਰਟੀ ਦੀ ਸਰਕਾਰ ਆ, ਉਹਨਾਂ ਦੇ ਆਪਸ ਵਿੱਚ ਕੀ ਆ, ਕੁਝ ਨਾ ਕੁਝ ਉਹ ਕਨਫਲਿਕਟ ਚੱਲਦਾ ਹੀ ਰਹਿੰਦਾ, ਤੇ ਇਸ ਦਾ ਖਾਮਿਆਜ਼ਾ ਕਿਹਨੂੰ ਭੁਗਤਣਾ ਪੈਂਦਾ, ਆਮ ਜਨਤਾ ਨੂੰ। ਇਹ ਗੱਲਾਂ ਹੈ ਜੀ। ਤੇ ਸਭ ਤੋਂ ਇੰਪੋਰਟੈਂਟ ਹੈ ਜੀ, ਇਹ ਵੀ ਪੁਆਇੰਟ ਲਿਖਿਓ, ਮੇਨਸ ਵਿੱਚ ਬਹੁਤ ਕੰਮ ਆਉਣਾ, ਬਿਲ ਪਾਵਰ ਦੀ ਕਮੀ, ਇੱਛਾ ਸ਼ਕਤੀ ਦੀ ਘਾਟ। ਜੇ ਇੱਛਾ ਸ਼ਕਤੀ ਹੋਵੇ ਤਾਂ ਕੀ ਨਹੀਂ ਹੋ ਸਕਦਾ ਹਨ। ਸਰਕਾਰ ਕੋਲ ਜੇ ਇੱਛਾ ਸ਼ਕਤੀ ਹੋਵੇ ਤਾਂ ਉਹ ਕਾਫੀ ਕੁਛ ਕਰ ਸਕਦੀ ਆ। ਜੇ ਬਿਲ ਪਾਵਰ ਹੋਵੇ ਤਾਂ ਬਹੁਤ ਕੁਝ ਕੀਤਾ ਜਾ ਸਕਦਾ, ਤਾਂ ਇੱਛਾ ਸ਼ਕਤੀ ਦੀ ਘਾਟ ਵੀ ਕਾਫੀ ਹੈ। ਇਹ ਕੁਛ ਪੁਆਇੰਟ ਆ, ਤੁਸੀਂ ਰੱਟੇ ਮਾਰ ਲੈਣੇ ਆ। ਇਹ ਗੱਲਾਂ ਮੇਨਸ ਵਿੱਚ ਲਿਖਣ ਦੇ ਬਹੁਤ ਕੰਮ ਆਉਂਦੀਆਂ। ਠੀਕ ਹੈ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ ਜੀ। ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ।